ਪਿਆਰੇ ਬੱਚਿਓ, ਇਸ ਲੈਕਚਰ ਵਿੱਚ ਅੱਜ ਆਪਾਂ ਕਰਾਂਗੇ 9th ਕਲਾਸ ਦਾ ਜੋ ਤੁਹਾਡਾ ਚੈਪਟਰ ਹੈ ਦਾ ਬਵਿਚਰਡ ਜੈਕਟ। ਦੀਨੋ ਬੁਝਾਤੀ ਦੁਆਰਾ ਇਹ ਲਿਖਿਆ ਗਿਆ ਹੈ। ਬਵਿਚਰਡ ਜੈਕਟ ਹੁੰਦਾ ਬੇਟਾ ਜਾਦੂਈ ਜੈਕਟ। The author got a suit made from an unknown tailor। ਲੇਖਕ ਨੇ ਇੱਕ ਸੂਟ ਬਣਵਾਇਆ ਇੱਕ ਅਣਜਾਣ ਟੇਲਰ ਤੋਂ। He found that the jacket of that suit had magical powers। ਉਸਨੇ ਕੀ ਵੇਖਿਆ ਕਿ ਇਹ ਜੋ ਜੈਕਟ ਸੀ ਉਹਦੇ ਵਿੱਚ ਜਾਦੂਈ ਸ਼ਕਤੀਆਂ ਸਨ। It gave him lots of wealth। ਇਸ ਜੈਕਟ ਨੇ ਉਸਨੂੰ ਬਹੁਤ ਸਾਰਾ ਧਨ ਦਿੱਤਾ। Was the author happy with this unexpected wealth? ਕੀ ਲੇਖਕ ਇਸ ਅਨਐਕਸਪੈਕਟਡ ਧਨ ਤੋਂ, ਜਿਸ ਦੀ ਕਿ ਉਸਨੇ ਆਸ ਵੀ ਨਹੀਂ ਕੀਤੀ ਹੁੰਦੀ ਸੀ, ਕਿ ਲੇਖਕ ਉਸ ਧਨ ਤੋਂ ਖੁਸ਼ ਸੀ? ਲੈਟਸ ਫਾਈਂਡ ਆਊਟ। ਚਲੋ ਵੇਖਦੇ ਹਾਂ ਕਿ ਲੇਖਕ ਉਸ ਧਨ ਤੋਂ ਖੁਸ਼ ਸੀ ਜਾਂ ਨਹੀਂ। One night during a reception at a house in Milan। ਇੱਕ ਰਾਤ ਇੱਕ ਰਿਸੈਪਸ਼ਨ ਸੀ, ਪਾਰਟੀ ਸੀ ਇੱਕ ਘਰ ਦੇ ਵਿੱਚ ਮਿਲਾਨ ਵਿੱਚ। I met a man। ਲੇਖਕ ਦੱਸ ਰਿਹਾ ਹੈ ਕਿ ਮਿਲਾਨ ਦੇ ਵਿੱਚ ਇੱਕ ਰਿਸੈਪਸ਼ਨ ਤੇ ਉਹ ਸੀ ਕਿਸੇ ਘਰ ਵਿੱਚ, ਤਾਂ ਉਹ ਕਿਸ ਨੂੰ ਮਿਲਿਆ? ਇੱਕ ਆਦਮੀ ਨੂੰ ਮਿਲਿਆ। About 40 years old। ਲਗਭਗ 40 ਸਾਲ ਦਾ ਉਹ ਵਿਅਕਤੀ ਸੀ। Who looked handsome because of his clothes। ਜੋ ਕਿ ਆਪਣੇ ਕੱਪੜਿਆਂ ਦੇ ਕਰਕੇ ਕਾਫੀ ਹੈਂਡਸਮ ਲੱਗ ਰਿਹਾ ਸੀ, ਸੁੰਦਰ ਲੱਗ ਰਿਹਾ ਸੀ। I don't know who he was। ਮੈਂ ਨਹੀਂ ਜਾਣਦਾ ਕਿ ਉਹ ਕੌਣ ਸੀ। ਲੇਖਕ ਦੱਸ ਰਿਹਾ ਹੈ ਕਿ ਇੱਕ ਰਾਤ ਇੱਕ ਪਾਰਟੀ ਦੇ ਉੱਤੇ ਉਹ ਇੱਕ ਵਿਅਕਤੀ ਨੂੰ ਮਿਲਿਆ ਜੋ ਕਿ 40 ਕੁ ਸਾਲ ਦਾ ਵਿਅਕਤੀ ਸੀ ਅਤੇ ਆਪਣੇ ਕੱਪੜਿਆਂ ਦੇ ਕਰਕੇ ਉਹ ਸੁੰਦਰ ਲੱਗ ਰਿਹਾ ਸੀ। ਤੇ ਨਾਲ ਹੀ ਲੇਖਕ ਕਹਿ ਰਿਹਾ ਕਿ ਮੈਂ ਨਹੀਂ ਜਾਣਦਾ ਕਿ ਉਹ ਕੌਣ ਸੀ। I was meeting him for the first time। ਮੈਂ ਉਸਨੂੰ ਪਹਿਲੀ ਵਾਰ ਮਿਲ ਰਿਹਾ ਸੀ। And at the introduction, as it always happens, it was impossible to get his name। ਅਤੇ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਜਦ ਪਹਿਲੀ ਵਾਰ ਅਸੀਂ ਇੰਟਰੋਡਕਸ਼ਨ ਕਿਸੇ ਨਾਲ ਕਰ ਰਹੇ ਹੁੰਦੇ ਹਾਂ ਤਾਂ ਅਕਸਰ ਹੀ ਇਸ ਤਰ੍ਹਾਂ ਹੁੰਦਾ ਹੈ ਕਿ ਉਸਦਾ ਨਾਮ ਜਾਣਨਾ ਅਸੰਭਵ ਜਿਹਾ ਹੁੰਦਾ ਹੈ। But after some time, ਪਰ ਕੁਝ ਸਮਾਂ ਬਾਅਦ, I found myself near him। ਮੈਂ ਆਪਣੇ ਆਪ ਨੂੰ ਉਸਦੇ ਕਾਫੀ ਨੇੜੇ ਪਾਇਆ। And we started talking। ਅਤੇ ਅਸੀਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। He seemed to be a gentle person। ਉਹ ਇੱਕ ਭੱਦਰ ਪੁਰਸ਼ ਲੱਗਦਾ ਸੀ, ਭਾਵ ਇੱਕ ਨੇਕ ਇਨਸਾਨ ਲੱਗ ਰਿਹਾ ਸੀ। But with an air of sadness। ਪਰ ਉਸਦੇ ਚਿਹਰੇ ਦੇ ਉੱਤੇ ਕੀ ਸੀ? ਇੱਕ ਉਦਾਸੀ ਜਿਹੀ ਸੀ। I complimented him for his clothes। ਮੈਂ ਉਸਦੇ ਕੱਪੜਿਆਂ ਦੇ ਲਈ ਉਸਨੂੰ ਵਿਅੰਗ ਕੀਤਾ, ਭਾਵ ਉਸਦੇ ਕੱਪੜਿਆਂ ਦੀ ਤਾਰੀਫ ਵਗੈਰਾ ਕੀਤੀ। And I asked him who his tailor was। ਅਤੇ ਮੈਂ ਉਸਨੂੰ ਪੁੱਛਿਆ ਕਿ ਉਸਦਾ ਦਰਜੀ ਕੌਣ ਸੀ, ਕਿ ਉਹ ਕੱਪੜੇ ਕਿਸਨੇ ਬਣਾਏ ਸਨ। He smiled curiously। ਉਹ ਉਤਸੁਕਤਾ ਜੀ ਨਾਲ ਉਸਨੇ ਇੱਕ ਸਮਾਈਲ ਦਿੱਤੀ। As if he knew I would ask this question। ਜਿਵੇਂ ਕਿ ਉਹ ਜਾਣਦਾ ਹੀ ਸੀ ਕਿ ਮੈਂ ਇਹ ਪ੍ਰਸ਼ਨ ਉਸਨੂੰ ਪੁੱਛਾਂਗਾ। Nearly no one knows him, he said। ਲਗਭਗ ਉਸਨੂੰ ਕੋਈ ਵੀ ਨਹੀਂ ਜਾਣਦਾ, ਉਸਨੇ ਉੱਤਰ ਦਿੱਤਾ। Still he is a great master। ਫਿਰ ਵੀ ਉਹ ਇੱਕ ਮਹਾਨ ਮਾਸਟਰ ਹੈ। Can I? ਮੈਂ ਉਸਨੂੰ ਪੁੱਛਿਆ ਕਿ ਮੈਂ ਜਾਣ ਸਕਦਾ ਹਾਂ। ਇੱਥੇ ਲੇਖਕ ਨੇ ਸਿਰਫ ਇੰਨੀ ਹੀ ਗੱਲ ਕਹੀ, Can I? ਕਿ ਮੈਂ ਜਾਣ ਸਕਦਾ ਹਾਂ ਕਿ ਉਹ ਟੇਲਰ ਕੌਣ ਹੈ। Oh, try। His name is Corticella। ਅਲਫੋਂਸੋ ਕੋਰਟੀਸੈਲਾ। ਹਾਂ, ਕੋਸ਼ਿਸ਼ ਕਰੋ ਤੁਸੀਂ। ਉਸਦਾ ਨਾਮ ਕੋਰਟੀਸੈਲਾ ਹੈ, ਅਲਫੋਂਸੋ ਕੋਰਟੀਸੈਲਾ। ਵਾਇਆ ਫੇਰੇਰਾ 17। ਨਾਲ ਹੀ ਉਸ ਵਿਅਕਤੀ ਨੇ ਉਸਦਾ ਐਡਰੈਸ ਦਿੱਤਾ। ਨਾਮ ਉਸਦਾ ਅਲਫੋਂਸੋ ਕੋਰਟੀਸੈਲਾ ਹੈ ਅਤੇ ਉਹ ਵਾਇਆ ਫੇਰੇਰਾ 70 ਵਿਖੇ ਰਹਿੰਦਾ ਹੈ। He will be expensive, I imagine। ਮੈਂ ਕਲਪਨਾ ਕੀਤੀ ਕਿ ਉਹ ਸ਼ਾਇਦ ਮਹਿੰਗਾ ਹੋਵੇਗਾ। I believe so। ਮੈਂ ਵੀ ਮੰਨਦਾ ਹਾਂ। But I swear I don't know। ਪਰ ਉਸ ਵਿਅਕਤੀ ਨੇ ਕਿਹਾ
ਪਰ ਮੈਂ ਕਸਮ ਖਾ ਕੇ ਕਹਿੰਦਾ ਹਾਂ, ਹੋ ਸਕਦਾ ਉਹ ਮਹਿੰਗਾ ਹੋਵੇ, ਪਰ ਮੈਂ ਇਹ ਵਿਸ਼ਵਾਸ ਕਰਦਾ ਹਾਂ, ਮੈਂ ਇਹ ਕਸਮ ਖਾਂਦਾ ਹਾਂ ਕਿ ਮੈਂ ਜਾਣਦਾ ਨਹੀਂ ਹਾਂ ਕਿ ਉਹ ਮਹਿੰਗਾ ਹੈ ਜਾਂ ਨਹੀਂ ਹੈ। He made me this suit 3 years ago. ਉਸਨੇ 3 ਸਾਲ ਪਹਿਲਾਂ ਮੇਰੇ ਲਈ ਇਹ ਸੂਟ ਬਣਾਇਆ ਸੀ। And still he has not sent me the bill, he replied. ਅਤੇ ਹਾਲੇ ਤੱਕ ਉਸਨੇ ਮੈਨੂੰ ਬਿੱਲ ਵੀ ਨਹੀਂ ਭੇਜਿਆ ਹੈ। ਉਸ ਵਿਅਕਤੀ ਨੇ ਲੇਖਕ ਨੂੰ ਉੱਤਰ ਦਿੱਤਾ। Corticella via Ferrara 17, did you say? I asked. ਲੇਖਕ ਦੱਸਦਾ ਹੈ ਕਿ ਮੈਂ ਉਸਨੂੰ ਪੁੱਛਿਆ ਕਿ ਤੁਸੀਂ ਇਹੀ ਕਿਹਾ ਸੀ ਨਾ, Corticella via Ferrara 17? Exactly, ਬਿਲਕੁਲ ਇਹੀ। The stranger answered. ਉਸ ਅਜਨਬੀ ਨੇ ਉੱਤਰ ਦਿੱਤਾ। And he left me to join another group of people. ਅਤੇ ਉਹ ਮੈਨੂੰ ਛੱਡ ਕੇ ਚਲਾ ਗਿਆ ਹੋਰ ਕਿਸੇ ਲੋਕਾਂ ਦੇ ਗਰੁੱਪ ਨੂੰ ਜੁਆਇਨ ਕਰਨ ਦੇ ਲਈ। Via Ferrara 17, I found the house. Via Ferrara 17 ਜੋ ਉਸ ਵਿਅਕਤੀ ਨੇ ਲੇਖਕ ਨੂੰ ਐਡਰੈਸ ਦਿੱਤਾ ਸੀ, ਲੇਖਕ ਦੱਸਦਾ ਹੈ ਕਿ ਮੈਂ ਉਸ ਘਰ ਨੂੰ ਉੱਥੇ ਲੱਭ ਲਿਆ। The tailor himself came to let me in. ਦਰਜੀ ਆਪ ਆਇਆ ਮੈਨੂੰ ਲਿਜਾਣ ਦੇ ਲਈ। ਦਰਵਾਜ਼ੇ ਉੱਤੇ ਆਪ ਆਇਆ ਟੇਲਰ ਲੇਖਕ ਨੂੰ ਲਿਜਾਣ ਦੇ ਲਈ। He was a little old man with his hair dyed black. ਉਹ ਇੱਕ ਛੋਟੇ ਕੱਦ ਦਾ ਵਿਅਕਤੀ ਸੀ ਜਿਸ ਦੇ ਵਾਲ ਕਾਲੇ ਰੰਗੇ ਹੋਏ ਸਨ। I explained to him how I got his address. ਮੈਂ ਉਸਨੂੰ ਵਿਆਖਿਆ ਕੀਤੀ, ਉਸਨੂੰ ਦੱਸਿਆ ਕਿ ਮੈਂ ਉਸਦਾ ਐਡਰੈਸ ਕਿਵੇਂ ਪ੍ਰਾਪਤ ਕੀਤਾ। Praised his cutting. ਉਸਦੀ ਕਟਿੰਗ ਦੀ ਪ੍ਰਸ਼ੰਸਾ ਕੀਤੀ। And asked him to make me a suit. ਅਤੇ ਉਸਨੂੰ ਕਿਹਾ ਕਿ ਉਹ ਮੇਰੇ ਲਈ ਇੱਕ ਸੂਟ ਬਣਾਵੇ। He selected a grey wool. ਉਸਨੇ ਗ੍ਰੇ ਕਲਰ ਦਾ ਊਨੀ ਕੱਪੜਾ ਲਿਆ। Then he took my measurement. ਫਿਰ ਉਸਨੇ ਮੇਰੀ ਮਿਣਤੀ ਕੀਤੀ, ਭਾਵ ਮੇਰਾ ਮਾਪ ਲਿਆ। And offered to come to my house for the fitting. ਅਤੇ ਮੈਨੂੰ ਇਹ ਵੀ ਪੇਸ਼ਕਸ਼ ਕੀਤੀ ਕਿ ਫਿਟਿੰਗ ਚੈੱਕ ਕਰਨ ਦੇ ਲਈ ਮੈਂ ਘਰ ਆਵਾਂਗਾ। I asked him the price. ਮੈਂ ਉਸਨੂੰ ਕੀਮਤ ਪੁੱਛੀ ਕਿ ਇਸ ਸੂਟ ਦੀ ਕੀਮਤ ਕਿੰਨੀ ਹੋਵੇਗੀ। There was no hurry, he answered. ਕਾਹਲੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਟੇਲਰ ਨੇ ਉੱਤਰ ਦਿੱਤਾ। What a nice man. ਕਿੰਨਾ ਵਧੀਆ ਵਿਅਕਤੀ ਹੈ। I thought at first. ਪਹਿਲੀ ਵਾਰ ਮੈਂ ਕੀ ਸੋਚਿਆ ਕਿ ਕਿੰਨਾ ਵਧੀਆ ਵਿਅਕਤੀ ਹੈ ਜੋ ਕਿ ਆਪਣੇ ਸੂਟ ਦੀ ਸਵਾਈ ਦੇ ਪੈਸੇ ਵੀ ਨਹੀਂ ਦੱਸ ਰਿਹਾ। But while I was returning home, ਪਰ ਜਦ ਮੈਂ ਘਰ ਵਾਪਸ ਆ ਰਿਹਾ ਸੀ, I realized that the old man had left me feeling uneasy. ਮੈਂ ਕੀ ਮਹਿਸੂਸ ਕੀਤਾ ਕਿ ਉਸ ਬੁੱਢੇ ਵਿਅਕਤੀ ਨੇ ਮੈਨੂੰ ਥੋੜਾ ਜਿਹਾ uneasy ਜਿਹਾ ਕਰ ਦਿੱਤਾ ਹੈ ਕਿ ਮੈਂ ਵਧੀਆ ਫੀਲ ਨਹੀਂ ਕਰ ਰਿਹਾ ਸੀ। Perhaps because of his much too warm smiles. ਸ਼ਾਇਦ ਉਸਦੀਆਂ ਬਹੁਤ ਹੀ ਜ਼ਿਆਦਾ ਇੱਕ ਨਿੱਘੀ ਜਿਹੀ ਸਮਾਈਲ ਦੇ ਕਰਕੇ ਥੋੜਾ ਜਿਹਾ ਮੈਂ ਅਨਕੰਫਰਟੇਬਲ ਮਹਿਸੂਸ ਕਰ ਰਿਹਾ ਸੀ ਕਿ ਉਹ ਇਸ ਤਰ੍ਹਾਂ ਕਿਉਂ ਸਮਾਈਲ ਕਰ ਰਿਹਾ ਸੀ। In short, I had no wish to see him again. ਥੋੜੇ ਸ਼ਬਦਾਂ ਵਿੱਚ ਇਹੀ ਕਹਾਂਗਾ ਕਿ ਮੈਂ ਉਸਨੂੰ ਦੁਬਾਰਾ ਨਹੀਂ ਮਿਲਣਾ ਚਾਹੁੰਦਾ ਸੀ। But now the suit had been ordered. ਪਰ ਹੁਣ ਸੂਟ ਆਰਡਰ ਕੀਤਾ ਜਾ ਚੁੱਕਾ ਸੀ। And after 3 weeks it was ready. ਅਤੇ 3 ਹਫ਼ਤਿਆਂ ਬਾਅਦ ਇਹ ਤਿਆਰ ਵੀ ਹੋ ਗਿਆ ਸੀ। When they brought it to me, ਜਦੋਂ ਉਹ ਇਹ ਮੇਰੇ ਕੋਲ ਲੈ ਕੇ ਆਏ, ਉਹ ਕੌਣ? ਟੇਲਰ ਅਤੇ ਉਸਦੇ ਹੋਰ ਜੋ ਵਿਅਕਤੀ ਉਸਦੇ ਨਾਲ ਸਨ, ਉਸਦੇ ਸਹਾਇਕ ਵਗੈਰਾ, ਉਹ ਇਹ ਜੋ ਸੂਟ ਬਣ ਚੁੱਕਾ ਸੀ ਲੇਖਕ ਨੂੰ ਦੇਣ ਦੇ ਲਈ ਆਏ। I tried it. ਮੈਂ ਇਸਨੂੰ ਟਰਾਈਡ ਕੀਤਾ, ਇਸਨੂੰ ਪਾ ਕੇ ਵੇਖਿਆ। The jacket, trouser and vest ਅਤੇ vest. In front of a mirror. ਇੱਕ ਸ਼ੀਸ਼ੇ ਦੇ ਸਾਹਮਣੇ ਮੈਂ ਇਹਨਾਂ ਚੀਜ਼ਾਂ ਨੂੰ ਪਾ ਕੇ ਵੇਖਿਆ। It was a masterpiece. ਇਹ ਇੱਕ ਮਾਸਟਰਪੀਸ ਸੀ। Yet I don't know why I did not feel like wearing it. ਫਿਰ ਵੀ ਮੈਂ ਇਹ ਨਹੀਂ ਜਾਣ ਪਾ ਰਿਹਾ ਸੀ ਕਿ ਮੈਨੂੰ ਇਹ ਪਾਉਣਾ ਚੰਗਾ ਕਿਉਂ ਨਹੀਂ ਲੱਗ ਰਿਹਾ ਸੀ। And weeks passed by.
ਕਈ ਹਫ਼ਤੇ ਬੀਤ ਗਏ ਬਿਫੋਰ ਆਈ ਡਿਸਾਈਡਡ ਟੂ ਵੀਅਰ ਇਟ, ਇਸ ਤੋਂ ਪਹਿਲਾਂ ਕਿ ਮੈਂ ਇਸ ਨੂੰ ਪਾਉਣ ਦਾ ਫੈਸਲਾ ਕਰਦਾ ਇੰਨੇ ਵਿੱਚ ਕਈ ਹਫ਼ਤੇ ਲੰਘ ਗਏ। That day I shall never forget, ਉਹ ਦਿਨ ਮੈਂ ਨਹੀਂ ਭੁੱਲ ਸਕਦਾ। It was a Tuesday in April, ਅਪ੍ਰੈਲ ਮਹੀਨੇ ਦਾ ਟਿਊਜ਼ਡੇ ਸੀ, ਮੰਗਲਵਾਰ ਸੀ। And it was raining, ਬਰਸਾਤ ਹੋ ਰਹੀ ਸੀ। When I wore the suit I was pleased because it fitted me well, ਜਦ ਮੈਂ ਸੂਟ ਪਹਿਨਿਆ ਤਾਂ ਮੈਂ ਖੁਸ਼ ਸੀ ਕਿਉਂਕਿ ਇਹ ਮੈਨੂੰ ਬਹੁਤ ਵਧੀਆ ਫਿੱਟ ਆਇਆ ਸੀ। As a rule, I don't put anything in the right jacket pocket, ਜਿਵੇਂ ਕਿ ਇੱਕ ਰੂਲ ਹੀ ਹੈ ਜਾਂ ਮੇਰਾ ਨਿਯਮ ਹੀ ਹੈ ਕਿ ਮੈਂ ਕੁਝ ਵੀ ਰਾਈਟ ਪਾਕਟ ਦੇ ਵਿੱਚ ਨਹੀਂ ਪਾਉਂਦਾ। In the left one I keep my card, ਜੈਕਟ ਦੀ ਖੱਬੀ ਜੇਬ ਦੇ ਵਿੱਚ ਮੈਂ ਆਪਣਾ ਕਾਰਡ ਪਾਇਆ। After a few hours at the office I just put my hand into the right pocket, ਕੁਝ ਕੁ ਘੰਟੇ ਬੀਤਣ ਤੋਂ ਬਾਅਦ ਜਦ ਮੈਂ ਆਫਿਸ ਵਿੱਚ ਸੀ, ਕੁਝ ਕੁ ਘੰਟੇ ਬੀਤਣ ਤੋਂ ਬਾਅਦ ਮੈਂ ਆਪਣੀ ਰਾਈਟ ਪਾਕਟ ਦੇ ਵਿੱਚ, ਸੱਜੀ ਜੇਬ ਦੇ ਵਿੱਚ ਆਪਣਾ ਹੱਥ ਪਾਇਆ। I noticed there was a piece of paper inside, ਮੈਂ ਕੀ ਨੋਟਿਸ ਕੀਤਾ ਕਿ ਮੇਰੀ ਸੱਜੀ ਜੇਬ ਦੇ ਵਿੱਚ ਇੱਕ ਕਾਗਜ਼ ਦਾ ਟੁਕੜਾ ਸੀ। Was it the tailor's bill? ਲੇਖਕ ਸੋਚਦਾ ਹੈ ਕਿ ਇਹ ਟੇਲਰ ਦਾ ਬਿੱਲ ਤਾਂ ਨਹੀਂ ਹੈ। No, it was a 10,000 lire note, ਇਹ 10,000 ਦਾ ਲੀਰੇ ਨੋਟ ਸੀ। I was astonished, ਮੈਂ ਹੈਰਾਨ ਸੀ। I certainly had not put it there, ਪੱਕਾ ਹੀ ਮੈਂ ਇਹ ਉੱਥੇ ਨਹੀਂ ਰੱਖਿਆ ਸੀ। I looked at the note carefully, ਮੈਂ ਨੋਟ ਨੂੰ ਬੜੇ ਹੀ ਧਿਆਨ ਨਾਲ ਵੇਖਿਆ। Was it a counterfeit note? ਕੀ ਇਹ ਨਕਲੀ ਨੋਟ ਸੀ? ਲੇਖਕ ਸੋਚਦਾ ਹੈ ਕਿ ਇਹ ਨਕਲੀ ਨੋਟ ਸੀ। I looked at it in the light, ਮੈਂ ਇਸ ਨੂੰ ਰੌਸ਼ਨੀ ਦੇ ਵਿੱਚ ਲਿਜਾ ਕੇ ਵੇਖਿਆ। I compared it with the other notes, ਮੈਂ ਦੂਸਰੇ ਨੋਟਾਂ ਦੇ ਨਾਲ ਇਸ ਦੀ ਤੁਲਨਾ ਵੀ ਕਰਕੇ ਵੇਖੀ ਕਿ ਇਹ ਸੱਚਮੁੱਚ ਹੀ ਅਸਲੀ ਨੋਟ ਹੈ। There was no difference, ਕੋਈ ਵੀ ਫਰਕ ਨਹੀਂ ਸੀ। I thought it must be Corticella's, ਮੈਂ ਸੋਚਿਆ ਕਿ ਇਹ ਜ਼ਰੂਰ ਟੇਲਰ ਕੋਰਟੀਸੈਲਾ ਦਾ ਹੀ ਨੋਟ ਹੋਵੇਗਾ। Perhaps a customer had come to make a payment, ਸ਼ਾਇਦ ਕੋਈ ਗ੍ਰਾਹਕ ਪੇਮੈਂਟ ਕਰਨ ਦੇ ਲਈ ਆਇਆ ਹੋਵੇਗਾ। The tailor did not have his wallet with him just then, ਅਤੇ ਸ਼ਾਇਦ ਟੇਲਰ ਦੇ ਕੋਲ ਉਸ ਸਮੇਂ ਆਪਣਾ ਪਰਸ ਨਹੀਂ ਹੋਵੇਗਾ। So he slipped the money into my jacket which might be hanging nearby, ਤੇ ਸ਼ਾਇਦ ਟੇਲਰ ਨੇ ਮੇਰੀ ਜੈਕਟ ਦੇ ਵਿੱਚ ਇਹ ਨੋਟ ਪਾ ਦਿੱਤੇ ਹੋਣਗੇ ਜੋ ਕਿ ਨੇੜੇ ਹੀ ਕਿਤੇ ਲਟਕ ਰਹੀ ਹੋਵੇਗੀ। These things happens, ਅਕਸਰ ਇਹ ਗੱਲਾਂ ਹੋ ਜਾਂਦੀਆਂ ਹਨ। I rang up my secretary, ਮੈਂ ਆਪਣੀ ਸੈਕਟਰੀ ਨੂੰ ਬੁਲਾਇਆ। I wanted to write a letter to Corticella to return the money that was not mine, ਮੈਂ ਕੋਰਟੀਸੈਲਾ ਨੂੰ, ਉਸ ਟੇਲਰ ਨੂੰ ਇੱਕ ਲੈਟਰ ਲਿਖਣਾ ਚਾਹੁੰਦਾ ਸੀ ਉਹ ਪੈਸੇ ਵਾਪਸ ਕਰਨ ਦੇ ਲਈ ਜੋ ਕਿ ਮੇਰੇ ਨਹੀਂ ਸਨ। Yet I slipped my hand into the pocket again and I can't say why I did it, ਮੈਂ ਨਹੀਂ ਕਹਿ ਸਕਦਾ ਕਿ ਮੈਂ ਇਹ ਕਿਉਂ ਕੀਤਾ, ਪਰ ਮੈਂ ਇੱਕ ਵਾਰ ਫੇਰ ਆਪਣਾ ਹੱਥ ਉਸ ਰਾਈਟ ਪਾਕਟ ਦੇ ਵਿੱਚ ਪਾਇਆ। Is there anything wrong, sir? Do you feel ill? asked my secretary. Sir, ਕੀ ਤੁਸੀਂ ਬਿਮਾਰ ਫੀਲ ਕਰ ਰਹੇ ਹੋ? ਕੋਈ ਪਰੇਸ਼ਾਨੀ ਹੈ? ਮੇਰੀ ਸੈਕਟਰੀ ਨੇ ਪੁੱਛਿਆ। I might have turned pale as death, ਸ਼ਾਇਦ ਮੈਂ ਮੌਤ ਦੀ ਤਰ੍ਹਾਂ ਪੀਲਾ ਹੋਇਆ ਪਿਆ ਸੀ। ਲੇਖਕ ਇੱਥੇ ਬਿਲਕੁਲ ਘਬਰਾ ਚੁੱਕਾ ਸੀ। In my pocket my fingers touched another piece of paper, ਮੇਰੀ ਪਾਕਟ ਦੇ ਵਿੱਚ ਮੇਰੀਆਂ ਉਂਗਲਾਂ ਨੇ ਇੱਕ ਹੋਰ ਕਾਗਜ਼ ਦਾ ਟੁਕੜਾ ਛੂਹਿਆ। Which had not been there a few minutes before, ਜੋ ਕਿ ਕੁਝ ਕੁ ਮਿੰਟ ਪਹਿਲਾਂ ਉੱਥੇ ਨਹੀਂ ਸੀ।
No, no, it is nothing, I said with a little dizziness. ਡਿਜ਼ੀਨੈਸ ਹੁੰਦਾ ਬੇਟਾ ਜਦ ਸਾਡਾ ਸਿਰ ਜਾ ਥੋੜਾ ਚਕਰਾਉਂਦਾ ਹੈ, ਉਸਨੂੰ ਡਿਜ਼ੀਨੈਸ ਕਹਿੰਦੇ ਆ। ਤੇ ਲੇਖਕ ਦੱਸ ਰਿਹਾ ਹੈ, ਮੈਂ ਉਸਨੂੰ ਕਿਹਾ ਨਹੀਂ ਨਹੀਂ ਕੁਝ ਵੀ ਨਹੀਂ, ਥੋੜਾ ਜਿਹਾ ਚਕਰਾਉਂਦੇ ਹੋਏ ਲੇਖਕ ਨੇ ਇਹ ਗੱਲ ਕਹੀ ਆਪਣੀ ਸੈਕਟਰੀ ਨੂੰ। ਇਟ ਹੈਪਨਸ ਟੂ ਮੀ ਸਮਟਾਈਮਸ, ਇਹ ਹੋ ਜਾਂਦਾ ਹੈ ਕਦੇ ਕਦੇ ਮੇਰੇ ਨਾਲ, ਇਸ ਤਰ੍ਹਾਂ ਡਿਜ਼ੀਨੈਸ ਵਗੈਰਾ ਹੋ ਜਾਂਦੀ ਹੈ। ਮੇ ਬੀ ਆਈ ਐਮ ਅ ਲਿਟਲ ਟਾਇਰਡ, ਸ਼ਾਇਦ ਮੈਂ ਥੋੜਾ ਜਿਹਾ ਥੱਕ ਗਿਆ। ਯੂ ਕੈਨ ਗੋ ਨਾਓ ਡੀਅਰ, ਤੁਸੀਂ ਹੁਣ ਜਾ ਸਕਦੇ ਹੋ। ਆਈ ਵਾਂਟਡ ਟੂ ਡਿਕਟੇਟ ਅ ਲੈਟਰ, ਮੈਂ ਇੱਕ ਲੈਟਰ ਲਿਖਵਾਉਣਾ ਚਾਹੁੰਦਾ ਸੀ, ਬਟ ਵੀ ਵਿਲ ਡੂ ਇਟ ਲੇਟਰ, ਪਰ ਆਪਾਂ ਇਹ ਬਾਅਦ ਵਿੱਚ ਕਰ ਲਵਾਂਗੇ। ਓਨਲੀ ਆਫਟਰ ਮਾਈ ਸੈਕਟਰੀ ਲੈਫਟ, ਮੇਰੀ ਸੈਕਟਰੀ ਹਾਲੇ ਗਈ ਹੀ ਸੀ। ਆਈ ਟੁੱਕ ਆਊਟ ਦਾ ਪੀਸ ਆਫ ਪੇਪਰ ਫਰੋਮ ਮਾਈ ਪੋਕਟ, ਮੈਂ ਉਹ ਕਾਗਜ਼ ਦਾ ਟੁਕੜਾ ਆਪਣੀ ਜੇਬ ਵਿੱਚੋਂ ਕੱਢਿਆ। ਇਟ ਵਾਜ਼ ਅਨਦਰ 10,000 ਲੀਰੇ ਨੋਟ, ਇਹ ਇੱਕ ਹੋਰ 10,000 ਦਾ ਲੀਰੇ ਨੋਟ ਸੀ। ਦੈਨ ਆਈ ਟਰਾਈ ਦਾ ਥਰਡ ਟਾਈਮ, ਫਿਰ ਮੈਂ ਤੀਜੀ ਵਾਰ ਕੋਸ਼ਿਸ਼ ਕੀਤੀ। ਐਂਡ ਅ ਥਰਡ ਬੈਂਕ ਨੋਟ ਕੇਮ ਆਊਟ, ਅਤੇ ਇੱਕ ਤੀਸਰਾ ਬੈਂਕ ਨੋਟ ਬਾਹਰ ਆ ਗਿਆ। ਮਾਈ ਹਾਰਟ ਬਿਗੈਨ ਟੂ ਰੇਸ, ਮੇਰਾ ਦਿਲ ਧੜਕਣਾ ਸ਼ੁਰੂ ਹੋ ਗਿਆ। ਇਟ ਵਾਜ਼ ਸਮਥਿੰਗ ਮਿਸਟੀਰੀਅਸ, ਇਹ ਕੁਝ ਜਾਦੂਈ ਹੋ ਰਿਹਾ ਸੀ, ਰਹੱਸਮਈ ਹੋ ਰਿਹਾ ਸੀ। ਬਟ ਲਾਈਕ ਏ ਫੇਅਰੀ ਟੇਲ ਡਿਫਿਕਲਟ ਟੂ ਬਿਲੀਵ, ਪਰ ਇੱਕ ਪਰੀਆਂ ਦੀ ਕਹਾਣੀ ਦੇ ਵਾਂਗ ਜਿਸ ਉੱਤੇ ਵਿਸ਼ਵਾਸ ਕਰਨਾ ਬੜਾ ਮੁਸ਼ਕਿਲ ਸੀ। ਆਈ ਲੈਫਟ ਦਾ ਆਫਿਸ ਐਂਡ ਵੈਂਟ ਹੋਮ, ਮੈਂ ਆਫਿਸ ਛੱਡਿਆ ਅਤੇ ਘਰ ਚਲਾ ਗਿਆ। ਆਈ ਵਾਂਟਡ ਟੂ ਬੀ ਅਲੋਨ, ਮੈਂ ਇਕੱਲਾ ਰਹਿਣਾ ਚਾਹੁੰਦਾ ਸੀ। ਲੱਕੀਲੀ ਮਾਈ ਮੇਡ ਹੈਡ ਆਲਰੇਡੀ ਗੋਨ, ਤੇ ਕਿਸਮਤ ਨਾਲ ਜੋ ਮੇਰੀ ਨੌਕਰਾਣੀ ਸੀ ਉਹ ਪਹਿਲਾਂ ਹੀ ਜਾ ਚੁੱਕੀ ਸੀ। I shut the doors and lowered the blinds, ਮੈਂ ਦਰਵਾਜ਼ਾ ਬੰਦ ਕੀਤਾ ਅਤੇ ਪਰਦੇ ਹੇਠਾਂ ਕਰ ਦਿੱਤੇ। ਬਲਾਈਂਡਸ ਹੁੰਦਾ ਬੇਟਾ ਪਰਦਿਆਂ ਨੂੰ ਕਹਿੰਦੇ ਆ, ਜੋ ਇੱਕ ਰੱਸੀ ਦੇ ਨਾਲ ਖਿੱਚ ਕੇ ਅਸੀਂ ਬੰਦ ਕਰ ਦਿੰਦੇ ਆ ਉਹਨਾਂ ਨੂੰ। I began to take out the notes one after another very quickly, ਮੈਂ ਨੋਟਾਂ ਨੂੰ ਇੱਕ ਤੋਂ ਬਾਅਦ ਦੂਸਰੇ ਨੋਟ ਨੂੰ ਜਲਦੀ ਜਲਦੀ ਕੱਢਣਾ ਸ਼ੁਰੂ ਕਰ ਦਿੱਤਾ। My pocket was never empty, ਮੇਰੀ ਪਾਕਟ ਕਦੇ ਵੀ ਖਤਮ ਨਾ ਹੋਈ। I did it again and again, ਮੈਂ ਵਾਰ-ਵਾਰ ਇਸ ਤਰ੍ਹਾਂ ਕੀਤਾ with the fear that the miracle may end any time, ਮੈਨੂੰ ਇਹ ਡਰ ਸੀ ਕਿ ਕਿਤੇ ਇਹ ਜਾਦੂ ਕਿਸੇ ਵੀ ਸਮੇਂ ਖਤਮ ਹੋ ਸਕਦਾ ਹੈ। ਮੈਂ ਜਲਦੀ ਜਲਦੀ ਨੋਟ ਆਪਣੀ ਜੇਬ ਵਿੱਚੋਂ ਕੱਢ ਰਿਹਾ ਸੀ। I wanted to continue day and night until I had billions, ਮੈਂ ਦਿਨ ਰਾਤ ਇਸੇ ਤਰ੍ਹਾਂ ਕਰਨਾ ਚਾਹੁੰਦਾ ਸੀ ਜਦ ਤੱਕ ਮੇਰੇ ਕੋਲ ਲੱਖਾਂ ਕਰੋੜਾਂ ਰੁਪਏ ਨਹੀਂ ਹੋ ਜਾਂਦੇ। But at a certain point the flow diminished, ਪਰ ਇੱਕ ਪੁਆਇੰਟ ਤੇ ਆ ਕੇ, ਇੱਕ ਸਮੇਂ ਤੇ ਆ ਕੇ ਜੋ ਨੋਟ ਨਿਕਲਣ ਵਾਲਾ ਫਲੋ ਸੀ ਉਹ ਰੁਕ ਗਿਆ, ਖਤਮ ਹੋ ਗਿਆ। There was a heap of notes before me, ਮੇਰੇ ਸਾਹਮਣੇ ਨੋਟਾਂ ਦਾ ਇੱਕ ਢੇਰ ਸੀ। The important thing was to hide them so no one might get wind of it, ਹੁਣ ਇੱਕ ਮਹੱਤਵਪੂਰਨ ਗੱਲ ਇਹ ਸੀ ਕਿ ਇਹਨਾਂ ਨੋਟਾਂ ਨੂੰ ਛੁਪਾਇਆ ਜਾਵੇ ਤਾਂ ਕਿ ਕਿਸੇ ਨੂੰ ਇਸ ਦੀ ਹਵਾ ਵੀ ਨਾ ਲੱਗੇ। I emptied an old trunk full of rugs, ਮੈਂ ਇੱਕ ਪੁਰਾਣਾ ਟਰੰਕ ਖਾਲੀ ਕੀਤਾ ਜੋ ਕਿ ਲੀਰਾਂ ਵਗੈਰਾ ਦੇ ਨਾਲ ਭਰਿਆ ਹੋਇਆ ਸੀ। And put the money, ਅਤੇ ਪੈਸੇ ਉਸ ਵਿੱਚ ਪਾ ਦਿੱਤੇ। Arranged in many piles, ਅਤੇ ਇਹਨਾਂ ਨੋਟਾਂ ਨੂੰ ਬਹੁਤ ਸਾਰੀਆਂ ਪਾਇਲਸ ਦੇ ਵਿੱਚ, ਢੇਰੀਆਂ ਦੇ ਵਿੱਚ ਉਸ ਵਿੱਚ ਪਾਇਆ, ਟਰੰਕ ਵਿੱਚ ਰੱਖਿਆ। ਬੇਟਾ ਦੋ ਤਰ੍ਹਾਂ ਦੇ ਇੱਥੇ ਹੀਪ ਮਿੰਜ ਵੀ ਢੇਰ ਹੁੰਦਾ ਹੈ ਤੇ ਪਾਇਲਸ ਮਿੰਜ ਵੀ ਢੇਰ ਹੁੰਦਾ। ਹੀਪ ਹੁੰਦਾ ਬੇਟਾ ਜੋ ਇੱਕ ਪ੍ਰੋਪਰ ਤਰੀਕੇ ਨਾਲ ਨਾ ਹੋਵੇ ਕੋਈ ਢੇਰ, ਜਿਸ ਤਰ੍ਹਾਂ ਆਪਾਂ ਕੂੜੇ ਦਾ ਢੇਰ ਕਹਿ ਦਿੰਦੇ ਆ, ਜਾਂ ਵੈਸੇ ਹੀ ਜੋ ਸਹੀ ਤਰੀਕੇ ਨਾਲ ਅਰੇਂਜ ਨਾ ਹੋਵੇ, ਖਿਲਰਿਆ ਹੋਇਆ ਢੇਰ ਆਪਾਂ ਕਹਿ ਦਈਏ। ਇੱਥੇ ਹੀਪ ਕਿਹਾ ਗਿਆ ਨੋਟਾਂ ਦੀ ਇੱਕ ਵੈਸੇ ਹੀ ਢੇਰੀ ਲੱਗੀ ਹੋਈ ਸੀ। ਅਤੇ ਪਾਇਲ ਕੀ ਹੁੰਦਾ, ਗੁੱਟੀਆਂ ਬਣਾ ਕੇ ਜਿਸ ਤਰ੍ਹਾਂ ਆਪਾਂ ਨੋਟਾਂ ਨੂੰ ਰੱਖ ਦਿੰਦੇ ਆ, ਉਸ ਤਰ੍ਹਾਂ ਉਸਨੇ ਟਰੰਕ ਦੇ ਵਿੱਚ ਰੱਖ ਦਿੱਤੀ। ਐਟ ਦਾ ਬਾਟਮ, ਟਰੰਕ ਦੇ ਤਲ ਉੱਪਰ। ਦੈਨ ਆਈ ਸਲੋਲੀ ਬਿਗੈਨ ਕਾਊਂਟਿੰਗ, ਫਿਰ ਮੈਂ ਹੌਲੀ ਹੌਲੀ ਉਹਨਾਂ ਨੋਟਾਂ ਨੂੰ ਗਿਣਨਾ ਸ਼ੁਰੂ ਕਰ ਦਿੱਤਾ। There were 58 million ਲੀਰੇ, 58 ਮਿਲੀਅਨ ਲੀਰੇ ਨੋਟ ਸਨ।
I woke up the next morning after the maid arrived. ਅਗਲੀ ਸਵੇਰ ਮੈਂ ਨੌਕਰਾਣੀ ਦੇ ਆਉਣ ਤੋਂ ਬਾਅਦ ਉੱਠਿਆ। She was amazed to see me in bed wearing a suit. ਉਹ ਹੈਰਾਨ ਸੀ ਕਿ ਮੈਂ ਸੂਟ ਪਹਿਨ ਕੇ ਹੀ ਬੈੱਡ ਦੇ ਉੱਪਰ ਲੇਟਿਆ ਹੋਇਆ ਸੀ। I tried to laugh, explaining that I had drunk a little too much the night before. ਮੈਂ ਥੋੜਾ ਹੱਸਣ ਦੀ ਕੋਸ਼ਿਸ਼ ਕੀਤੀ। ਲੇਖਕ ਝੂਠ ਮੂਠ ਵਿੱਚ ਹੀ ਹੱਸ ਜੇ ਰਿਹਾ ਸੀ। ਉਸਨੂੰ ਕੀ ਐਕਸਪਲੇਨ ਕਰ ਰਿਹਾ ਸੀ ਕਿ ਮੈਂ ਪਿਛਲੀ ਰਾਤ ਕੁਝ ਜ਼ਿਆਦਾ ਹੀ ਪੀ ਲਈ ਸੀ। The maid asked me to take off the suit. ਮੇਡ ਨੇ ਮੈਨੂੰ, ਨੌਕਰਾਣੀ ਨੇ ਮੈਨੂੰ ਉਹ ਸੂਟ ਉਤਾਰਨ ਲਈ ਕਿਹਾ। So that at least she could give it a brushing. ਤਾਂ ਕਿ ਘੱਟੋ ਘੱਟ ਉਹ ਉਸ ਉੱਤੇ ਇੱਕ ਬਰਸ਼ਿੰਗ ਵਗੈਰਾ ਕਰ ਸਕੇ, ਬਰਸ਼ ਦੇ ਨਾਲ ਉਸ ਸੂਟ ਨੂੰ ਸਾਫ਼ ਵਗੈਰਾ ਕਰ ਸਕੇ। I answered that I had to go out immediately and did not have time to change. ਲੇਖਕ ਦੱਸ ਰਿਹਾ ਹੈ ਕਿ ਮੈਂ ਨੌਕਰਾਣੀ ਨੂੰ ਉੱਤਰ ਦਿੱਤਾ ਕਿ ਮੇਰੇ ਕੋਲ ਟਾਈਮ ਨਹੀਂ ਹੈ, ਮੈਂ ਹੁਣੇ ਹੀ ਜਾਣਾ ਹੈ ਅਤੇ ਚੇਂਜ ਕਰਨ ਦਾ ਟਾਈਮ ਮੇਰੇ ਕੋਲ ਨਹੀਂ ਹੈ, ਮੈਂ ਇਹ ਸੂਟ ਨਹੀਂ ਉਤਾਰ ਸਕਦਾ। Then hurriedly I went to a store selling ready to wear clothes. ਤਦ ਜਲਦੀ ਜਲਦੀ ਮੈਂ ਇੱਕ ਸਟੋਰ ਉੱਪਰ ਗਿਆ ਜੋ ਕਿ ਕਿਸ ਤਰ੍ਹਾਂ ਦੇ ਕੱਪੜੇ ਵੇਚਦੇ ਸਨ। ਰੈਡੀ ਟੂ ਵੀਅਰ ਕੀ ਹੁੰਦਾ ਬੇਟਾ? ਬਣੇ ਬਣਾਏ ਕੱਪੜੇ, ਰੈਡੀਮੇਡ ਕੱਪੜੇ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ। ਟੂ ਬਾਏ ਅਨਦਰ ਸੂਟ ਆਫ ਦਾ ਸੇਮ ਕਾਈਂਡ, ਉਸੇ ਕਿਸਮ ਦਾ ਇੱਕ ਹੋਰ ਸੂਟ ਖਰੀਦਣ ਦੇ ਲਈ। I would leave this one in the maid's care. ਲੇਖਕ ਕਹਿੰਦਾ ਕਿ ਮੈਂ ਕੀ ਸੋਚਿਆ ਸੀ ਕਿ ਮੈਂ ਇਸ ਸੂਟ ਨੂੰ ਨੌਕਰਾਣੀ ਦੀ ਦੇਖਭਾਲ ਵਿੱਚ ਰੱਖ ਦੇਵਾਂਗਾ। Mine I would hide in a safe place. ਅਤੇ ਜੋ ਮੇਰਾ ਇਹ ਹੈ ਜੈਕਟ, ਜਾਦੂਈ ਜੈਕਟ ਜੋ ਹੈ, ਇਸ ਨੂੰ ਕਿਸੇ ਸੇਫ ਜਗ੍ਹਾ ਦੇ ਉੱਪਰ ਰੱਖਾਂਗਾ ਤਾਂ ਕਿ ਨੌਕਰਾਣੀ ਨੂੰ ਇਸ ਦੇ ਬਾਰੇ ਪਤਾ ਨਾ ਲੱਗ ਸਕੇ। I didn't know whether I was living in a dream. ਮੈਂ ਨਹੀਂ ਜਾਣਦਾ ਸੀ ਕਿ ਮੈਂ ਇੱਕ ਸੁਪਨੇ ਦੇ ਵਿੱਚ ਰਹਿ ਰਿਹਾ ਸੀ। On the street I was continually feeling my pocket through my raincoat. ਜਦ ਮੈਂ ਗਲੀ ਦੇ ਵਿੱਚੋਂ ਜਾ ਰਿਹਾ ਸੀ, ਮੈਂ ਲਗਾਤਾਰ ਆਪਣੀ ਪਾਕਟ ਨੂੰ ਮਹਿਸੂਸ ਕਰ ਰਿਹਾ ਸੀ ਆਪਣੇ ਰੇਨਕੋਟ ਦੇ ਹੇਠਾਂ। Each time I breathed a sigh of relief. ਹਰ ਵਾਰ ਮੈਂ ਇੱਕ ਰਾਹਤ ਦਾ ਸਾਹ ਜਿਹਾ ਲੈਂਦਾ। I could feel the paper money. ਕਿਉਂਕਿ ਮੈਂ ਕਾਗਜ਼ ਦੇ ਜੋ ਨੋਟ ਸਨ ਉਹ ਆਪਣੀ ਜੇਬ ਦੇ ਵਿੱਚ ਮਹਿਸੂਸ ਕਰ ਰਿਹਾ ਸੀ। But an incident damped my joy. ਪਰ ਇੱਕ ਘਟਨਾ ਨੇ ਮੇਰੀ ਖੁਸ਼ੀ ਨੂੰ ਘਟਾ ਦਿੱਤਾ। There was news of a bank robbery in the morning papers. ਸਵੇਰ ਦੇ ਪੇਪਰਸ ਦੇ ਵਿੱਚ, ਸਵੇਰ ਦੇ ਅਖਬਾਰਾਂ ਦੇ ਵਿੱਚ ਇੱਕ ਬੈਂਕ ਦੇ ਲੁੱਟਣ ਦੀ ਖਬਰ ਸੀ। The bank's armored car was carrying money to the main office. ਬੈਂਕ ਦੀ ਜੋ ਕਾਰ ਸੀ ਉਹ ਕੀ ਹੈ, ਪੈਸੇ ਲੈ ਕੇ ਜਾ ਰਹੀ ਸੀ ਮੇਨ ਆਫਿਸ ਤੱਕ। When it was stopped and cleared out in Valle Palmanova by 4 criminals. ਜਿਸ ਨੂੰ ਕੀ ਹੈ, 4 ਅਪਰਾਧੀਆਂ ਦੁਆਰਾ ਵੈਲੇ ਪੈਲਮਾਨੋਵਾ ਜਗ੍ਹਾ ਦੇ ਉੱਪਰ ਸਾਫ਼ ਕਰ ਦਿੱਤਾ ਗਿਆ, ਭਾਵ ਉਸ ਕਾਰ ਨੂੰ ਲੁੱਟ ਲਿਆ ਗਿਆ। As people gathered around the scene, one of the criminals began to shoot. ਜਦ ਲੋਕ ਉਸ ਜਗ੍ਹਾ ਉੱਪਰ ਇਕੱਠੇ ਹੋਏ ਤਾਂ ਉਹਨਾਂ ਕ੍ਰਿਮੀਨਲਸ ਦੇ ਵਿੱਚੋਂ ਇੱਕ ਕ੍ਰਿਮੀਨਲ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। And a man was killed. ਅਤੇ ਇੱਕ ਆਦਮੀ ਮਾਰਿਆ ਗਿਆ। But above all, the amount of the loot struck. It was 58 million lire. ਪਰ ਇਸ ਤੋਂ ਵੀ ਇੱਕ ਜੋ ਉੱਪਰ ਗੱਲ ਸੀ, ਵੱਡੀ ਗੱਲ ਕੀ ਸੀ ਕਿ ਜੋ ਉਹ ਲੁੱਟ ਦੀ ਰਕਮ ਸੀ ਉਹ 58 ਮਿਲੀਅਨ ਲੀਰੇ ਨੋਟ ਹੀ ਸੀ। ਇਸ ਗੱਲ ਨੇ ਮੈਨੂੰ ਬਹੁਤ ਹੀ ਸਦਮਾ ਦਿੱਤਾ, ਹੈਰਾਨ ਕਰ ਦਿੱਤਾ, ਇੱਕ ਝਟਕਾ ਦਿੱਤਾ। Was there a connection between my sudden wealth and the theft that had happened almost at the same time? ਲੇਖਕ ਸੋਚ ਰਿਹਾ ਹੈ ਕਿ ਇਹ ਜੋ ਪੈਸੇ ਮੇਰੇ ਕੋਲ ਆਏ ਹਨ ਉਸ ਦਾ ਇਸ ਲੁੱਟ ਦੇ ਨਾਲ
ਕੋਈ ਕਨੈਕਸ਼ਨ ਹੈ? Is it foolish to think so? ਕੀ ਇਸ ਤਰ੍ਹਾਂ ਸੋਚਣਾ ਮੂਰਖਤਾ ਹੈ? What is more, I am not superstitious. ਇਸ ਤੋਂ ਇਲਾਵਾ ਮੈਂ ਵਹਿਮੀ ਵੀ ਨਹੀਂ ਹਾਂ। But the incident left me a little confused. ਪਰ ਇਹ ਜੋ ਘਟਨਾ ਹੋ ਗਈ ਸੀ ਉਸਨੇ ਮੈਨੂੰ ਥੋੜਾ ਕਨਫਿਊਜ਼ ਕਰ ਦਿੱਤਾ ਕਿ ਮੇਰੀ ਜੇਬ ਦੇ ਵਿੱਚ ਜੋ ਪੈਸੇ ਆਏ, ਜਿੰਨੇ ਪੈਸੇ ਮੈਂ ਅੱਜ ਜੇਬ ਵਿੱਚੋਂ ਕੱਢੇ, ਉਹ ਵੀ 58 ਮਿਲੀਅਨ ਲੀਰਾ ਨੋਟ ਸੀ, ਅਤੇ ਜੋ ਲੁੱਟ ਹੋਈ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ, ਉਹ ਲੁੱਟ ਵੀ 58 ਮਿਲੀਅਨ ਲੀਰਾ ਨੋਟ ਦੀ ਸੀ। ਇਸ ਗੱਲ ਨੇ ਲੇਖਕ ਨੂੰ ਥੋੜਾ ਹੈਰਾਨ ਕਰ ਦਿੱਤਾ ਕਿ ਇਹਨਾਂ ਦੋਵਾਂ ਘਟਨਾਵਾਂ ਦੇ ਵਿੱਚ ਕੋਈ ਕਨੈਕਸ਼ਨ ਤਾਂ ਨਹੀਂ ਹੈ। The more you get, the more you want. ਜਿਸ ਤਰ੍ਹਾਂ ਇੱਕ ਕਹਾਵਤੀ ਹੈ ਕਿ ਜਿੰਨਾ ਤੁਹਾਡੇ ਕੋਲ ਹੁੰਦਾ ਹੈ, ਜਿੰਨਾ ਤੁਸੀਂ ਪ੍ਰਾਪਤ ਕਰਦੇ ਹੋ, ਓਨਾ ਹੀ ਤੁਸੀਂ ਹੋਰ ਵੀ ਚਾਹੁੰਦੇ ਹੋ। I was already rich. ਮੈਂ ਪਹਿਲਾਂ ਹੀ ਅਮੀਰ ਸਾਂ। But I wanted to get richer. ਪਰ ਮੈਂ ਹੋਰ ਅਮੀਰ ਹੋਣਾ ਚਾਹੁੰਦਾ ਸੀ। And the same evening I set to work again. ਅਤੇ ਉਸੇ ਸ਼ਾਮ ਮੈਂ ਦੁਬਾਰਾ ਕੰਮ ਉੱਪਰ ਲੱਗ ਗਿਆ, ਭਾਵ ਲੇਖਕ ਦੁਬਾਰਾ ਨੋਟ ਕੱਢਣ ਦੇ ਕੰਮ ਉੱਪਰ ਲੱਗ ਗਿਆ। This time it was 135 million. ਇਸ ਵਾਰ ਲੇਖਕ ਨੇ 135 ਮਿਲੀਅਨ ਨੋਟ ਆਪਣੀ ਜੈਕਟ ਵਿੱਚੋਂ ਕੱਢੇ। 1 ਮਿਲੀਅਨ ਬੇਟਾ ਹੁੰਦਾ ਹੈ 10 ਲੱਖ, ਤੇ 135 ਮਿਲੀਅਨ ਕਿੰਨੇ ਹੋ ਗਏ? 135 ਵਾਰ 10 ਲੱਖ। That time I could not close my eyes. ਉਸ ਸਮੇਂ ਮੈਂ ਆਪਣੀਆਂ ਅੱਖਾਂ ਬੰਦ ਨਾ ਕਰ ਸਕਿਆ। I was confused. ਮੈਂ ਹੈਰਾਨ ਸੀ। At dawn I leaped from the bed. ਸਵੇਰ ਹੋਈ ਅਤੇ ਮੈਂ ਆਪਣੇ ਬੈੱਡ ਤੋਂ ਉਛਲ ਕੇ ਖੜਾ ਹੋਇਆ। Dressed, ਕੱਪੜੇ ਪਹਿਨੇ, and ran outside to get the newspaper. ਅਤੇ ਬਾਹਰ ਵੱਲ ਦੌੜਿਆ ਨਿਊਜ਼ਪੇਪਰ ਖਰੀਦਣ ਦੇ ਲਈ। ਲੇਖਕ ਦੇਖਣਾ ਚਾਹੁੰਦਾ ਸੀ ਕਿ ਅੱਜ ਵੀ ਕੋਈ ਖਬਰ ਤਾਂ ਨਹੀਂ ਆਈ, 135 ਮਿਲੀਅਨ ਲਾਇਰ ਵਗੈਰਾ ਦੀ ਕੋਈ ਖਬਰ ਤਾਂ ਨਹੀਂ ਆਈ। As I read, I lost my breath. ਲੇਖਕ ਦੱਸ ਰਿਹਾ ਕਿ ਜਿਉਂ ਹੀ ਮੈਂ ਨਿਊਜ਼ਪੇਪਰ ਪੜ੍ਹਿਆ, ਮੈਂ ਆਪਣੇ ਸਾਹ ਹੀ ਗਵਾ ਦਿੱਤੇ। A terrible fire. ਇੱਕ ਭਿਆਨਕ ਅੱਗ which had begun in a warehouse. ਜੋ ਕਿ ਇੱਕ ਗੋਦਾਮ ਦੇ ਵਿੱਚ ਸ਼ੁਰੂ ਹੋਈ, had half destroyed a building on the main street. ਅਤੇ ਮੇਨ ਸਟਰੀਟ ਦੇ ਵਿੱਚ ਅੱਧੀ ਬਿਲਡਿੰਗ ਨੂੰ ਉਸਨੇ ਜਲਾ ਦਿੱਤਾ ਸੀ। ਵਾਇਆ ਸੈਨ ਕਲੋਰਾ। ਸਟਰੀਟ ਕਿਹੜੀ? ਵਾਇਆ ਸੈਨ ਕਲੋਰਾ। ਇਟਲੀ ਵਿੱਚ ਬੇਟਾ ਸਟਰੀਟ ਨੂੰ ਵਾਇਆ ਕਿਹਾ ਜਾਂਦਾ। The fire had destroyed the safes of a large real estate company. ਇਸ ਅੱਗ ਨੇ ਇੱਕ ਵੱਡੀ ਰੀਅਲ ਏਸਟੇਟ ਕੰਪਨੀ ਦੀਆਂ ਜੋ ਸੇਫਸ ਸਨ, ਤਿਜੋਰੀਆਂ ਸਨ, ਉਸ ਨੂੰ ਵੀ ਜਲਾ ਦਿੱਤਾ ਸੀ। Which had more than 135 millions in cash. ਜਿਸ ਵਿੱਚ ਜੋ ਤਿਜੋਰੀਆਂ ਦੇ ਵਿੱਚ 135 ਮਿਲੀਅਨ ਕੈਸ਼ ਦੇ ਵਿੱਚ ਸੀ, ਉਹਨਾਂ ਨੂੰ ਵੀ ਜਲਾ ਦਿੱਤਾ ਸੀ। 2 firemen were also killed while putting out the fire. 2 firemen, ਅੱਗ ਬੁਝਾਉਣ ਵਾਲੇ ਵਿਅਕਤੀ ਵੀ ਮਾਰੇ ਗਏ ਜਦ ਉਹ ਇਸ ਅੱਗ ਨੂੰ ਬੁਝਾ ਰਹੇ ਸਨ। Now I knew where the money in my pocket came from. Crimes, blood and death. ਹੁਣ ਮੈਂ ਜਾਣ ਚੁੱਕਾ ਸੀ ਕਿ ਇਹ ਜੋ ਪੈਸੇ ਹਨ ਮੇਰੀ ਜੇਬ ਵਿੱਚ ਆ ਰਹੇ ਹਨ, ਉਹ ਕਿਸੇ ਜ਼ੁਲਮ ਤੋਂ, ਖੂਨ ਤੋਂ ਅਤੇ ਮੌਤਾਂ ਤੋਂ ਆ ਰਹੇ ਹਨ। But I was not willing to blame myself for that. ਪਰ ਮੈਂ ਉਸ ਸਭ ਦੇ ਲਈ ਆਪਣੇ ਆਪ ਨੂੰ ਦੋਸ਼ੀ ਨਹੀਂ ਮੰਨ ਰਿਹਾ ਸੀ। I continued taking out money from my pocket. ਮੈਂ ਲਗਾਤਾਰ ਆਪਣੀ ਜੇਬ ਦੇ ਵਿੱਚੋਂ ਪੈਸੇ ਕੱਢਦਾ ਗਿਆ। It was easy. ਇਹ ਸੌਖਾ ਸੀ। I slipped my hand into the pocket and my fingers always touched banknotes. ਹਰ ਵਾਰ ਜਦ ਵੀ ਮੈਂ ਆਪਣੀਆਂ ਉਂਗਲਾਂ ਆਪਣੀ ਜੇਬ ਦੇ ਵਿੱਚ ਪਾਉਂਦਾ, ਆਪਣੀ ਜੈਕਟ ਦੀ ਜੇਬ ਦੇ ਵਿੱਚ ਪਾਉਂਦਾ, ਤੇ ਮੈਨੂੰ ਬੈਂਕ ਨੋਟਸ ਮਿਲਦੇ।
द मनी, द डिवाइन मनी, पैसा, रब्बी पैसा, रब वर्गा पैसा लेखक ਇਹ ਮਹਿਸੂਸ ਕਰ ਰਿਹਾ ਸੀ। I soon bought a huge villa, ਮੈਂ ਜਲਦੀ ਹੀ ਇੱਕ ਵੱਡਾ ਘਰ ਵੀ ਖਰੀਦ ਲਿਆ। Though I choose to live in the old house, ਭਾਵੇਂ ਕਿ ਮੈਂ ਪੁਰਾਣੇ ਘਰ ਦੇ ਵਿੱਚ ਰਹਿਣਾ ਹੀ ਚੁਣਿਆ, ਪਰ ਮੈਂ ਇੱਕ ਵੱਡਾ ਘਰ ਵੀ ਖਰੀਦ ਲਿਆ ਸੀ। Bought paintings ਖਰੀਦੀਆਂ। Drove around in the big automobiles, ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਘੁੰਮਿਆ। And after leaving my firm for reasons of health, traveled through the world with wonderful women, ਅਤੇ ਜਿੱਥੇ ਕਹਿੰਦਾ ਮੈਂ ਕੰਮ ਕਰਦਾ ਸੀ, ਜਿਸ ਫਿਲਮ ਦੇ ਵਿੱਚ ਕੰਮ ਕਰਦਾ ਸੀ, ਉੱਥੇ ਝੂਠਾ ਹੀ ਆਪਣੀ ਹੈਲਥ ਬਾਰੇ ਕੋਈ ਰੀਜ਼ਨ ਦੇ ਕੇ ਕਿ ਮੈਂ ਠੀਕ ਨਹੀਂ ਹਾਂ, ਮੈਂ ਸੁੰਦਰ ਔਰਤਾਂ ਦੇ ਨਾਲ ਘੁੰਮਿਆ। I knew whenever I drew money from my pocket, ਮੈਂ ਜਾਣਦਾ ਸੀ ਕਿ ਜਦ ਵੀ ਮੈਂ ਆਪਣੀ ਜੇਬ ਦੇ ਵਿੱਚੋਂ ਪੈਸੇ ਕੱਢਦਾ, something painful happened in the world, ਕੁਝ ਬੜਾ ਹੀ ਪੇਨਫੁਲ ਵਾਪਰ ਜਾਂਦਾ ਸੰਸਾਰ ਦੇ ਵਿੱਚ, ਦੁਖਦਾਈ ਘਟਨਾ ਕੋਈ ਵਾਪਰ ਜਾਂਦੀ ਸੰਸਾਰ ਦੇ ਵਿੱਚ। But still I continued, ਪਰ ਫਿਰ ਵੀ ਮੈਂ ਜਾਰੀ ਰੱਖਿਆ। And the tailor, ਮੇਰੇ ਦਿਮਾਗ ਵਿੱਚ ਆਇਆ, ਤੇ ਦਰਜੀ ਨਾ ਹੀ ਉਹ ਕੋਈ ਸਮਾਈ ਲੈਣ ਦੇ ਲਈ ਆਇਆ, ਨਾ ਹੀ ਉਸਨੇ ਕੋਈ ਫੇਰ ਕੰਟੈਕਟ ਕੀਤਾ। ਲੇਖਕ ਦੇ ਦਿਮਾਗ ਦੇ ਵਿੱਚ ਉਸ ਟੇਲਰ ਦਾ ਵੀ ਵਿਚਾਰ ਆਇਆ। I telephoned him to ask for the bill, ਮੈਂ ਉਸਨੂੰ ਫੋਨ ਕੀਤਾ ਬਿੱਲ ਬਾਰੇ ਪੁੱਛਣ ਦੇ ਲਈ। But no one answered, ਪਰ ਕਿਸੇ ਨੇ ਵੀ ਉੱਤਰ ਨਾ ਦਿੱਤਾ। In Via Ferrara, when I went in search of him, ਉਸ ਦਰਜੀ ਦੇ ਐਡਰੈਸ ਉੱਤੇ ਵਾਇਆ ਫਿਰੈਰਾ 17 ਉਸ ਦਰਜੀ ਦਾ ਐਡਰੈਸ ਸੀ। ਲੇਖਕ ਦੱਸ ਰਿਹਾ ਕਿ ਜਦ ਮੈਂ ਉੱਥੇ ਗਿਆ, they told me that he had gone abroad, they did not know where, ਉੱਥੋਂ ਦੇ ਜੇ ਗੁਆਂਢ ਵਿੱਚ ਲੋਕ ਸਨ, ਲੇਖਕ ਨੂੰ ਉਹਨਾਂ ਨੇ ਕੀ ਦੱਸਿਆ ਕਿ ਉਹ ਵਿਦੇਸ਼ ਚਲਾ ਗਿਆ ਹੈ, ਅਤੇ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਕਿਸ ਦੇਸ਼ ਵਿੱਚ ਗਿਆ ਹੈ। One morning in the building where I lived for many years, they found that a 60-year-old retired woman had killed herself because she had mislaid her monthly pension of 30,000 lire. ਇੱਕ ਸਵੇਰ ਜਿਸ ਬਿਲਡਿੰਗ ਵਿੱਚ ਉਹ ਰਹਿ ਰਿਹਾ ਸੀ ਕਈ ਸਾਲਾਂ ਤੋਂ, ਲੇਖਕ ਦੱਸਦਾ ਹੈ ਕਿ ਉੱਥੇ ਇੱਕ 60 ਸਾਲ ਦੀ ਰਿਟਾਇਰਡ ਔਰਤ ਰਹਿੰਦੀ ਸੀ ਜਿਸਨੇ ਆਪਣੇ ਆਪ ਨੂੰ ਮਾਰ ਲਿਆ ਸੀ, ਭਾਵ ਸੁਸਾਈਡ ਕਰ ਲਈ ਸੀ, ਜਦ ਉਸਨੇ ਆਪਣੇ 30,000 ਲੀਰਾ ਨੋਟ ਦੀ ਮੰਥਲੀ ਪੈਨਸ਼ਨ ਨੂੰ ਗਵਾ ਦਿੱਤਾ, which she had collected a day before, ਜਿਹੜੀ ਕਿ ਉਸਨੇ ਇੱਕ ਦਿਨ ਪਹਿਲਾਂ ਹੀ ਪ੍ਰਾਪਤ ਕੀਤੀ ਸੀ। That money was with me now, ਉਹ ਪੈਸਾ ਹੁਣ ਮੇਰੇ ਕੋਲ ਸੀ। enough, I thought, ਲੇਖਕ ਦੱਸਦਾ ਹੈ ਕਿ ਮੈਂ ਸੋਚਿਆ ਬਹੁਤ ਹੋ ਗਿਆ। I had to get rid of the jacket, ਮੈਨੂੰ ਇਸ ਜੈਕਟ ਤੋਂ ਛੁਟਕਾਰਾ ਪਾਉਣਾ ਪੈਣਾ ਸੀ। I decided to destroy it, ਮੈਂ ਇਸ ਨੂੰ ਨਸ਼ਟ ਕਰਨ ਬਾਰੇ ਸੋਚਿਆ। By car I arrived at a valley in the Alps, ਕਾਰ ਦੇ ਦੁਆਰਾ ਮੈਂ ਇੱਕ ਘਾਟੀ ਵਿੱਚ ਆਇਆ, ਐਲਪਸ ਦੀ ਘਾਟੀ ਦੇ ਵਿੱਚ। ਫਰਾਂਸ ਤੇ ਇਟਲੀ ਦੇ ਵਿਚਕਾਰ ਦੀ ਜਗ੍ਹਾ ਹੈ ਬੇਟਾ, ਇਹ ਐਲਪਸ ਦੀਆਂ ਪਹਾੜੀਆਂ ਹਨ ਉੱਥੇ। I left the car at a grassy clearing, ਮੈਂ ਇੱਕ ਆਪਣੀ ਕਾਰ ਕਿੱਥੇ ਡ੍ਰੌਪ ਆਊਟ ਕੀਤੀ, ਕਿੱਥੇ ਛੱਡੀ, ਜਿੱਥੇ ਕਿ ਕੁਝ ਘਾਹ ਜਿਹਾ ਸਾਫ਼ ਕੀਤਾ ਹੋਇਆ ਸੀ, ਉੱਥੇ ਮੈਂ ਆਪਣੀ ਕਾਰ ਰੋਕ ਦਿੱਤੀ। ਐਂਡ ਸਟਾਰਟਡ ਟੂਵਰਡ ਦਾ ਫੋਰੈਸਟ, ਅਤੇ ਮੈਂ ਜੰਗਲ ਦੇ ਵੱਲ ਨੂੰ ਚੱਲ ਪਿਆ। ਨੋਟ ਅ ਲਿਵਿੰਗ ਸੋਲ ਵਾਸ ਦੇਅਰ, ਕੋਈ ਵੀ ਜੀਵਤ ਵਿਅਕਤੀ ਉੱਥੇ ਨਜ਼ਰ ਨਹੀਂ ਸੀ ਆ ਰਿਹਾ। ਆਈ ਵੈਂਟ ਬਿਯੋਂਡ ਦਾ ਫੋਰੈਸਟ, ਮੈਂ ਜੰਗਲ ਦੇ ਪਰਲੇ ਪਾਸੇ ਚਲਾ ਗਿਆ। ਐਂਡ ਰੀਚਡ ਦਾ ਰੌਕੀ ਗਰਾਊਂਡ, ਅਤੇ ਚਟਾਨਾਂ ਵਾਲੀ ਜ਼ਮੀਨ ਦੇ ਉੱਪਰ ਪਹੁੰਚ ਗਿਆ ਜਿੱਥੇ ਚਟਾਨਾਂ ਹੀ ਚਟਾਨਾਂ ਸਨ। Here between two huge boulders, ਇੱਥੇ ਦੋ ਵੱਡੇ ਪੱਥਰਾਂ ਦੇ ਵਿਚਕਾਰ, ਬਾਊਲਡਰਸ ਹੁੰਦਾ ਬੇਟਾ ਵੱਡੀਆਂ ਚਟਾਨਾਂ, ਜਿੱਥੇ ਦੋ ਵੱਡੀਆਂ ਚਟਾਨਾਂ ਦੇ ਵਿਚਕਾਰ I pulled the bewitched jacket from my knapsack, knapsack ਹੁੰਦਾ ਬੇਟਾ ਸਾਡੇ ਜੋ ਮੋਢੇ ਹਨ,
ਕੀ ਦੱਸ ਰਿਹਾ ਲੇਖਕ ਕਿ ਮੈਂ ਆਪਣੀ ਜੈਕਟ ਨੂੰ ਆਪਣੇ ਕੰਧਿਆਂ ਤੋਂ ਆਪਣੇ ਮੋਢਿਆਂ ਤੋਂ ਲਾਇਆ ਐਂਡ ਸੈਟ ਇਟ ਔਨ ਫਾਇਰ ਅਤੇ ਇਸ ਨੂੰ ਅੱਗ ਲਗਾ ਦਿੱਤੀ। ਇਨ ਅ ਫਿਊ ਮਿੰਟਸ ਕੁਝ ਹੀ ਮਿੰਟਾਂ ਦੇ ਵਿੱਚ ਓਨਲੀ ਐਸ਼ਜ਼ ਵਰ ਲੈਫਟ ਕੇਵਲ ਰਾਖ ਹੀ ਬਚੀ। ਬਟ ਐਜ਼ ਦਾ ਫਲੇਮਸ ਵਰ ਡਾਇੰਗ ਆਊਟ ਪਰ ਜਿਉਂ ਹੀ ਲਾਟਾਂ ਨਿਕਲ ਰਹੀਆਂ ਸਨ, ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸਨ, ਆਈ ਹੀਅਰਡ ਅ ਹਿਊਮਨ ਵੌਇਸ ਮੈਂ ਇੱਕ ਮਨੁੱਖੀ ਆਵਾਜ਼ ਸੁਣੀ। ਇਟ ਵਾਜ਼ ਓਨਲੀ 2 or 3 ਮੀਟਰਸ ਅਵੇ ਇਹ ਲਗਭਗ 2-3 ਮੀਟਰ ਦੂਰ ਤੋਂ ਹੀ ਆਈ ਸੀ। ਟੂ ਲੇਟ ਟੂ ਲੇਟ ਬਹੁਤ ਦੇਰ ਹੋ ਗਈ, ਬਹੁਤ ਦੇਰ ਹੋ ਗਈ। ਇਟ ਸੈਟ ਉਹ ਜੋ ਮਨੁੱਖੀ ਆਵਾਜ਼ ਆ ਰਹੀ ਸੀ ਉਹ ਕੀ ਕਹਿ ਰਹੀ ਸੀ ਕਿ ਬਹੁਤ ਦੇਰ ਹੋ ਗਈ, ਬਹੁਤ ਦੇਰ ਹੋ ਗਈ। ਟੈਰੀਫਾਈਡ ਆਈ ਟਰਨਡ ਅਰਾਊਂਡ ਡਰੇ ਹੋਏ ਨੇ ਮੈਂ ਚਾਰੇ ਪਾਸੇ ਵੇਖਿਆ। ਬਟ ਆਈ ਸੌ ਨੋ ਵਨ ਪਰ ਮੈਂ ਕਿਸੇ ਨੂੰ ਵੀ ਨਾ ਦੇਖ ਸਕਿਆ। ਆਈ ਜੰਪਡ ਫਰੋਮ ਵਨ ਰੌਕ ਟੂ ਅਨਦਰ ਟੂ ਲੁੱਕ ਫॉर ਦ ਪਰਸਨ ਮੈਂ ਇੱਕ ਚਟਾਨ ਤੋਂ ਦੂਸਰੀ ਚਟਾਨ ਉੱਪਰ ਛਾਲਾਂ ਮਾਰ ਰਿਹਾ ਸੀ, ਜੰਪ ਕਰ ਰਿਹਾ ਸੀ ਉਸ ਪਰਸਨ ਨੂੰ, ਉਸ ਵਿਅਕਤੀ ਨੂੰ ਦੇਖਣ ਦੇ ਲਈ। ਨਥਿੰਗ ਪਰ ਕੁਝ ਵੀ ਉੱਥੇ ਨਹੀਂ ਸੀ। ਦੇਅਰ ਵਰ ਓਨਲੀ ਰੌਕਸ ਉੱਥੇ ਕੇਵਲ ਚਟਾਨਾਂ ਹੀ ਸਨ। ਓਵਰਕਮਿੰਗ ਦਾ ਫੀਅਰ ਆਪਣੇ ਡਰ ਉੱਤੇ ਕਾਬੂ ਪਾਉਂਦੇ ਹੋਏ ਆਈ ਵੈਂਟ ਟੂ ਦਾ ਵੈਲੀ ਮੈਂ ਘਾਟੀ ਦੇ ਵੱਲ ਗਿਆ। ਆਈ ਵਾਜ਼ ਹੈਪੀ ਦੈਟ ਦਾ ਜੈਕਟ ਵਾਜ਼ ਨਾਟ ਵਿਦ ਮੀ ਐਨੀ ਮੋਰ ਮੈਂ ਖੁਸ਼ ਸੀ ਕਿ ਜੈਕਟ ਹੁਣ ਮੇਰੇ ਕੋਲ ਨਹੀਂ ਸੀ। ਆਈ ਵਾਜ਼ ਫ੍ਰੀ ਐਟ ਲਾਸਟ ਅਖੀਰ ਵਿੱਚ ਮੈਂ ਫ੍ਰੀ ਸੀ, ਮੁਕਤ ਸੀ ਉਸ ਜੈਕਟ ਤੋਂ। ਐਂਡ ਰਿਚ ਲੱਕੀਲੀ ਅਤੇ ਕਿਸਮਤ ਨਾਲ ਅਮੀਰ ਵੀ ਸੀ। ਬਟ ਮਾਈ ਕਾਰ ਵਾਜ਼ ਨਾਟ ਐਟ ਦਾ ਗ੍ਰਾਸੀ ਕਲੀਅਰਿੰਗ ਪਰ ਮੇਰੀ ਕਾਰ ਉਸ ਜਗ੍ਹਾ ਤੇ ਨਹੀਂ ਸੀ ਜਿੱਥੇ ਮੈਂ ਉਸ ਨੂੰ ਖੜਾਇਆ ਸੀ। ਐਂਡ ਆਫਟਰ ਆਈ ਰਿਟਰਨ ਟੂ ਦਾ ਸਿਟੀ ਅਤੇ ਜਦ ਮੈਂ ਸ਼ਹਿਰ ਵੱਲ ਵਾਪਸ ਆਇਆ ਆਈ ਸੌ ਮਾਈ ਵਿਲਾ ਹੈਡ ਡਿਸਅਪੀਅਰਡ ਮੈਂ ਦੇਖਿਆ ਕਿ ਮੇਰਾ ਜੋ ਘਰ ਸੀ ਉਹ ਵੀ ਅਲੋਪ ਹੋ ਚੁੱਕਾ ਸੀ। ਜੋ ਲੇਖਕ ਨੇ ਬਾਅਦ ਵਿੱਚ ਇੱਕ ਘਰ ਲਿਆ ਸੀ ਉਹ ਵੀ ਅਲੋਪ ਹੋ ਚੁੱਕਾ ਸੀ। ਇਨ ਇਟਸ ਪਲੇਸ ਦੇਅਰ ਵਾਜ਼ ਅ ਫੀਲਡ ਵਿਦ ਅ ਨੋਟਿਸ ਅਤੇ ਉਸ ਜਗ੍ਹਾ ਦੇ ਉੱਪਰ ਇੱਕ ਨੋਟਿਸ ਲੱਗਿਆ ਹੋਇਆ ਸੀ ਮਿਊਨਿਸਿਪਲ ਲੈਂਡ ਫॉर ਸੇਲ ਜਿਸ ਉੱਤੇ ਕੀ ਲਿਖਿਆ ਸੀ ਮਿਊਨਿਸਿਪਲ ਲੈਂਡ ਹੈ ਇਹ ਜੋ ਕਿ ਸੇਲ ਦੇ ਲਈ ਹੈ। ਦੇਅਰ ਵਾਜ਼ ਨੋ ਮਨੀ ਲੈਫਟ ਇਨ ਮਾਈ ਸੇਵਿੰਗ ਅਕਾਊਂਟਸ ਮੇਰੇ ਸੇਵਿੰਗ ਅਕਾਊਂਟਸ ਦੇ ਵਿੱਚ ਵੀ ਕੋਈ ਪੈਸੇ ਨਹੀਂ ਬਚੇ ਸਨ। ਐਂਡ ਦੇਅਰ ਵਾਜ਼ ਡਸਟ ਨਥਿੰਗ ਬਟ ਡਸਟ ਇਨ ਮਾਈ ਓਲਡ ਟਰੰਕ ਅਤੇ ਮੇਰੇ ਪੁਰਾਣੇ ਟਰੰਕ ਵਿੱਚ ਧੂੜ ਤੋਂ ਇਲਾਵਾ ਹੋਰ ਕੁਝ ਨਹੀਂ ਸੀ। ਆਈ ਨੋ ਦੈਟ ਇਟ ਇਜ਼ ਸਟਿਲ ਨਾਟ ਓਵਰ ਮੈਂ ਜਾਣਦਾ ਸੀ ਹਾਲੇ ਵੀ ਸਭ ਕੁਝ ਖਤਮ ਨਹੀਂ ਹੋਇਆ। ਆਈ ਸਟਾਰਟਡ ਵਰਕਿੰਗ ਅਗੇਨ ਮੈਂ ਦੁਬਾਰਾ ਕੰਮ ਸ਼ੁਰੂ ਕਰ ਦਿੱਤਾ ਇਨ ਦਾ ਸੇਮ ਪਲੇਸ ਵੇਅਰ ਵਿਦ ਗ੍ਰੇਟ ਡਿਫੀਕਲਟੀ ਲੇਖਕ ਦੱਸਦਾ ਹੈ ਕਿ ਮੈਂ ਆਪਣੀ ਉਸੇ ਜਗ੍ਹਾ ਦੇ ਉੱਤੇ ਜਿੱਥੇ ਮੈਂ ਪਹਿਲਾਂ ਕੰਮ ਕਰਦਾ ਸੀ ਦੁਬਾਰਾ ਬੜੀ ਮੁਸ਼ਕਿਲ ਦੇ ਨਾਲ ਕੰਮ ਸਟਾਰਟ ਕਰ ਦਿੱਤਾ। ਆਈ ਐਮ ਸੈਡ ਐਂਡ ਵਰੀਡ ਮੈਂ ਉਦਾਸ ਹਾਂ ਅਤੇ ਚਿੰਤਤ ਹਾਂ। ਬਟ ਨੋ ਵਨ ਟੇਕਸ ਨੋਟਿਸ ਆਫ ਮਾਈ ਸਟੇਟ ਪਰ ਮੇਰੀ ਹਾਲਤ ਦਾ ਕੋਈ ਵੀ ਧਿਆਨ ਨਹੀਂ ਦਿੰਦਾ, ਮੇਰੇ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ। ਸਟੇਟ ਹੁੰਦਾ ਬੇਟਾ ਦਸ਼ਾ, ਹਾਲਤ। ਆਈ ਨੋ ਸਮ ਡੇ ਮਾਈ ਡੋਰ ਬੈਲ ਵਿਲ ਰਿੰਗ ਲੇਖਕ ਸੋਚਦਾ ਹੈ ਕਿ ਮੈਂ ਜਾਣਦਾ ਹਾਂ ਕਿਸੇ ਦਿਨ ਮੇਰੇ ਦਰਵਾਜ਼ੇ ਦੀ ਜੋ ਬੈਲ ਹੈ ਉਹ ਵੱਜੇਗੀ। ਆਈ ਵਿਲ ਆਨਸਰ ਇਟ ਮੈਂ ਇਸ ਦਾ ਉੱਤਰ ਦੇਵਾਂਗਾ। ਐਂਡ ਫਾਈਂਡ ਦਾ ਕਰਸਡ ਟੇਲਰ ਅਤੇ ਮੈਂ ਉਸ ਸ਼ਰਾਪਿਤ ਦਰਜੀ ਨੂੰ ਵੇਖਾਂਗਾ ਬਿਫੋਰ ਮੀ ਆਪਣੇ ਸਾਹਮਣੇ। ਆਸਕਿੰਗ ਫॉर ਦਾ ਫਾਈਨਲ ਸੈਟਲਿੰਗ ਆਫ ਮਾਈ ਅਕਾਊਂਟਸ ਜੋ ਕਿ ਮੇਰਾ ਜੋ ਹਿਸਾਬ ਕਿਤਾਬ ਹੈ ਉਸ ਨਾਲ ਉਹ ਜੋ ਜੈਕਟ ਉਸਨੇ ਬਣਾ ਕੇ ਮੈਨੂੰ ਦਿੱਤੀ ਸੀ ਉਸ ਦੀ ਸੈਟਲਿੰਗ ਦੇ ਲਈ ਉਹ ਕਹਿ ਰਿਹਾ ਹੋਵੇਗਾ, ਭਾਵ ਉਸਦੇ ਪੈਸੇ ਮੇਰੇ ਤੋਂ ਮੰਗ ਰਿਹਾ ਹੋਵੇਗਾ। ਇੱਥੇ ਹੀ ਬੇਟਾ ਇਹ ਲੈਸਨ ਜੋ ਹੈ ਇਹ ਖਤਮ ਹੋ ਜਾਂਦਾ ਹੈ ਜੋ ਕਿ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ ਕਿ ਸਾਨੂੰ ਆਪਣੀ ਮਿਹਨਤ ਦੀ ਕਮਾਈ ਵਿੱਚ ਹੀ ਵਿਸ਼ਵਾਸ ਰੱਖਣਾ ਚਾਹੀਦਾ ਹੈ। ਜੋ ਪੈਸੇ ਸਾਡੇ ਕੋਲ ਸਾਡੀ ਮਿਹਨਤ ਤੋਂ ਬਿਨਾਂ ਆ ਰਹੇ ਹਨ ਉਹ ਬਿਲਕੁਲ ਵੀ ਸਵੀਕਾਰ ਨਹੀਂ ਕਰਨੇ ਚਾਹੀਦੇ ਤੇ ਆਪਣੀ ਮਿਹਨਤ ਦੀ ਕਮਾਈ ਨਾਲ ਹੀ ਸਾਨੂੰ ਆਪਣਾ ਗੁਜ਼ਾਰਾ ਕਰਨਾ ਚਾਹੀਦਾ ਹੈ ਤੇ ਖੁਸ਼ ਰਹਿਣਾ ਚਾਹੀਦਾ ਹੈ। ਓਕੇ ਬੇਟਾ, ਮੈਨੂੰ ਆਸ ਹੈ ਕਿ ਤੁਹਾਨੂੰ ਇਹ ਲੈਸਨ ਬਹੁਤ ਵਧੀਆ ਲੱਗਿਆ ਹੋਵੇਗਾ, ਸਮਝ ਲੱਗ ਗਿਆ ਹੋਵੇਗਾ। ਓਕੇ ਬੇਟਾ।